ਹੁਣ ਖਿਆਲ ਕਰੋ ਕਿ ਅਜੋਕੇ ਸਮੇਂ 'ਚ ਜਿੰਨੀਆਂ ਵੀ ਜ਼ਿਆਦਾਤਰ ਵਿਧੀਆਂ ਧਿਆਨ ਦੀਆਂ ਦੱਸਦੇ ਹਨ, ਧਿਆਨ ਲਾਉਣ ਦੀਆਂ, ਟਿਕਾਉਣ ਦੀਆਂ, ਉਹਨਾਂ ਦੁਆਰਾ ਵੀ ਧਿਆਨ ਟਿਕਦਾ ਨਹੀਂ ਹੈ। ਮਿਟਣਾ ਤੇ ਦੂਰ ਰਿਹਾ, ਟਿਕੇਗਾ ਤੇ ਫਿਰ ਹੀ ਮਿਟੇਗਾ ਨਾ। ਪਹਿਲਾਂ ਤਾਂ ਟੁਕੜੇ ਟੁਕੜੇ ਹੋਇਆ ਹੈ, ਬਿਖਰਿਆ ਹੋਇਆ ਹੈ, ਉਹਨੂੰ ਇਕੱਠਾ ਕਰਨਾ ਹੈ। ਇਕੱਠਾ ਕੀਤਾ ਹੋਇਆ ਧਿਆਨ ਗੁਰੂ ਨੂੰ ਸਮਰਪਿਤ ਵੀ ਹੋ ਸਕਦਾ ਹੈ। ਤਦੇ ਉਹ ਕਹਿੰਦਾ ਹੈ ਨਾ ਵੀ ਬਾਹਰੋਂ ਧਿਆਨ ਨੂੰ ਪਹਿਲਾਂ ਹਟਾਓ, ਤਾਂ ਹੀ ਸਮਰਪਿਤ ਹੋਵੋਗੇ ਨਾ। ਇੱਕ ਪਾਸੇ ਨੂੰ ਸਮਰਪਿਤ ਹੋਵੋਗੇ, ਧਿਆਨ ਇੱਕ ਪਾਸੇ ਨੂੰ ਲਾਉਣਾ ਹੈ, ਗੁਰਮੁਖ ਹੋਣਾ ਹੈ, ਗੁਰੂ ਵੱਲ ਨੂੰ ਲਾਉਣਾ ਹੈ, ਤਾਂ ਹੀ ਲੱਗੂਗਾ। ਬਾਹਰਲੇ ਸਰੋਤਾਂ ਤੋਂ ਹਟੂਗਾ, ਪਰ ਬਾਹਰਲੇ ਸਰੋਤਾਂ ਤੋਂ ਹਟਦਾ ਨਹੀਂ ਹੈ ਧਿਆਨ। ਵਿਧੀਆਂ ਦੁਆਰਾ ਕੋਈ ਪ੍ਰਕਾਸ਼ ਦੇਖ ਰਿਹਾ ਹੈ, ਕੋਈ ਧੁਨੀ ਸੁਣ ਰਿਹਾ ਹੈ, ਕੋਈ ਕਿਸੇ ਚੱਕਰ 'ਤੇ ਧਿਆਨ ਲਾ ਰਿਹਾ ਹੈ, ਕੋਈ ਵਿਪੱਸਨਾ ਕਰ ਰਿਹਾ ਹੈ। ਉਹਦਾ ਕਾਰਨ ਇਹ ਹੈ ਕਿ ਸੰਸਾਰ ਵੱਲੋਂ ਧਿਆਨ ਨਹੀਂ ਹਟ ਰਿਹਾ ਹੈ, ਅਤੇ ਸੰਸਾਰ ਵੱਲੋਂ ਧਿਆਨ ਹਟਾਉਣਾ ਬਹੁਤ ਔਖਾ ਹੈ। ਪਹਿਲਾਂ ਤਾਂ ਇਹ ਖਿਆਲ ਵਿੱਚ ਰੱਖਣ ਯੋਗ ਹੈ। ਬਹੁਤ ਡਰ ਲੱਗਦਾ ਹੈ ਆਦਮੀ। ਇਸੇ ਕਾਰਨ ਹੀ ਮੈਂ ਜਿਹੜੇ ਇੱਥੇ ਕੋਲੇ ਰਹਿਣ ਵਾਲੇ ਪ੍ਰੇਮੀ ਹਨ, ਸ਼ਾਂਤ ਵੇਲੇ ਉਹਨਾਂ ਨੂੰ ਕੋਈ ਵੀ ਵਿਧੀ ਨਹੀਂ ਦਿੰਦਾ ਹਾਂ, ਨਾ ਹੀ ਮੈਂ ਕਹਿੰਦਾ ਹਾਂ ਜਾਪ ਕਰੋ, ਪਾਠ ਪੂਜਾ ਕਰੋ। ਕੋਈ ਵੀ ਵਿਧੀ ਨਹੀਂ ਹੈ ਜਿਹਦੇ ਦੁਆਰਾ ਤੁਸੀਂ ਮਨ ਨੂੰ ਇਕਾਗਰ ਕਰਨਾ ਹੈ, ਟਿਕਾਉਣਾ ਹੈ। ਮੈਂ ਕਹਿੰਦਾ ਹਾਂ ਪਹਿਲਾਂ ਤੁਸੀਂ ਬਾਹਰੋਂ ਧਿਆਨ ਨੂੰ ਹਟਾਓ, ਟਿਕ ਆਪੇ ਹੀ ਜਾਵੇਗਾ। ਅਗਰ ਬਾਹਰੋਂ ਹਟ ਗਿਆ ਤਾਂ ਬਾਹਰਲੇ ਵਿਚਾਰ ਨਾ ਕਰੋ। ਸੰਸਾਰ ਦੀ ਵਿਚਾਰਧਾਰਾ ਨੂੰ ਛੱਡੋ ਹੌਲੀ ਹੌਲੀ। ਅਤੇ ਉਹਨੂੰ ਛੱਡਣ ਵਾਸਤੇ ਅਗਰ ਤੁਸੀਂ ਕੋਈ ਸਹਾਰਾ ਲੈ ਰਹੇ ਹੋ, ਕੋਈ ਉਪਦੇਸ਼ ਨੂੰ ਸੁਣ ਰਹੇ ਹੋ, ਜਾਂ ਕੋਈ ਸਵਾਸਾਂ 'ਤੇ ਵੀ ਧਿਆਨ ਕਰਦਾ ਹੈ, ਮੈਂ ਕਹਿ ਦਿੰਦਾ ਹਾਂ ਕਈਆਂ ਨੂੰ ਵੀ ਨਹੀਂ, ਅਗਰ ਮਨ ਟਿਕਦਾ ਹੈ ਅਤੇ ਆਉਂਦੇ ਜਾਂਦੇ ਸਵਾਸਾਂ ਨੂੰ ਖਿਆਲ ਵਿੱਚ ਰੱਖੋ। ਥੋੜ੍ਹਾ ਥੋੜ੍ਹਾ ਸਹਿਯੋਗ ਲਓ, ਪਰ ਖਿਆਲ ਵਿੱਚ ਰੱਖੋ ਵੀ ਧਿਆਨ ਬਾਹਰੋਂ ਹਟਾਉਣਾ ਹੈ। ਲਾਉਣਾ ਜ਼ਰੂਰੀ ਨਹੀਂ ਹੈ। ਜ਼ਿਆਦਾਤਰ ਇਹੋ ਹੀ ਕਿਹਾ ਜਾਂਦਾ ਹੈ ਧਿਆਨ ਲਾਓ, ਧਿਆਨ ਟਿਕਾਓ। ਪਹਿਲੀ ਗੱਲ ਤਾਂ ਲੱਗਦਾ ਨਹੀਂ ਹੈ, ਕਿ ਕਰੋੜਾਂ 'ਚੋਂ ਕਿਸੇ ਇੱਕ ਦਾ ਲੱਗ ਜਾਂਦਾ ਹੈ, ਉਹ ਫਿਰ ਜਿਵੇਂ ਇਹਨਾਂ ਨੇ ਕਿਹਾ ਹੈ ਅਲੱਗਾ ਹੀ ਖੜਾ ਰਹਿੰਦਾ ਹੈ ਲਾ ਕੇ ਧਿਆਨ, ਮੁਕਤ ਨਹੀਂ ਹੁੰਦਾ ਹੈ। ਜਿਵੇਂ ਇਵੇਂ ਸਮਝ ਲਈਏ ਆਪਾਂ ਵੀ ਕੋਈ ਬੱਚਾ ਬਹੁਤੇ ਡੱਬਿਆਂ ਦੇ ਉੱਤੇ ਨੱਚ ਰਿਹਾ ਹੈ, ਭੁੜਕ ਰਿਹਾ ਹੈ। ਕਈ ਡੱਬੇ ਰੱਖੇ ਹੋਏ ਹਨ, ਹੁਣ ਸਾਰੇ ਇਹ ਡੱਬੇ ਤੁਸੀਂ ਚੱਕ ਲਓ, ਇੱਕ ਡੱਬਾ ਰਹਿਣ ਦਿਓ। ਹੁਣ ਇੱਕ ਡੱਬੇ ਦੇ ਉੱਪਰ ਹੀ ਉਹ ਭੁੜਕ ਰਿਹਾ ਹੈ। ਇੱਦਾਂ ਹੀ ਮਨ ਹੈ, ਮਨ ਇੱਕ ਜਗ੍ਹਾ ਵੀ ਭੁੜਕਦਾ ਰਹਿੰਦਾ ਹੈ। ਥੋੜ੍ਹੀ ਜਿਹੀ ਜਗ੍ਹਾ 'ਚ ਵੀ ਮਨ ਜਿਹੜਾ ਹੈ ਨਾ ਆਪਣਾ ਨਿਵਾਸ ਬਣਾ ਲੈਂਦਾ ਹੈ, ਅੱਡਾ ਜਮਾ ਲੈਂਦਾ ਹੈ। ਸੂਖਸ਼ਮ ਤੋਂ ਸੂਖਸ਼ਮ ਵੀ ਹੋ ਜਾਂਦਾ ਹੈ ਮਨ।
ਤਦੇ ਤੈਨੂੰ ਕਾਬੂ ਕਰਨਾ ਔਖਾ ਹੈ। ਕਈਆਂ ਨੇ ਹਵਾ ਵਰਗਾ ਕਿਹਾ ਹੈ, ਕਈਆਂ ਨੇ ਭੂਤ ਵਰਗਾ ਕਿਹਾ ਹੈ, ਪਕੜ 'ਚ ਨਹੀਂ ਆਉਂਦਾ ਹੈ। ਆਪਣੇ ਆਪ ਬਹੁਤ ਕਠਿਨ ਹੈ ਅਤੇ ਮਰਨ ਨੂੰ ਵੀ ਤਿਆਰ ਨਹੀਂ ਹੈ, ਕਿਉਂਕਿ ਸੰਸਾਰ ਵੱਲੋਂ ਜਿਹੜਾ ਮਨ ਹਟਾਉਣ ਨੂੰ ਤਿਆਰ ਨਹੀਂ ਹੈ, ਉਹ ਮਰਨ ਨੂੰ ਵੀ ਕਿਵੇਂ ਤਿਆਰ ਹੋਵੇਗਾ। ਖਿਆਲ ਵਿੱਚ ਰਹੋ ਕਿ ਮਰਨਾ ਹੈ ਸੰਸਾਰ ਵੱਲੋਂ, ਅਤੇ ਸੰਸਾਰ ਵੱਲੋਂ ਹੀ ਨਹੀਂ ਹਟਾਉਣ ਨੂੰ ਤਿਆਰ ਹੈ ਕੋਈ। ਡਰ ਲੱਗਦਾ ਹੈ ਨਾ, ਜਿਵੇਂ ਇਹ ਸਥਾਨ ਦਾ ਨਾਂ ਲਿਖਿਆ ਹੋਇਆ ਹੈ ਨਾ, ਸ਼ਾਂਤ ਬੇਲਾ, ਇਹ ਵੀ ਕੁਦਰਤੀ ਲਿਖ ਹੋ ਗਿਆ। ਬਹੁਤ ਬੇਲੇ ਦੇਖੇ ਸਨ, ਸਾਧੂ ਬੇਲੇ, ਸਾਧੂ ਮਹਾਤਮਾ ਰਹਿੰਦੇ ਹਨ, ਕੋਈ ਜੋਗੀ ਰਹਿੰਦੇ ਹਨ, ਕਈ ਤਪਸਵੀ ਰਹਿੰਦੇ ਹਨ ਬੇਲਿਆਂ ਦੇ ਵਿੱਚ। ਬੇਲੇ ਦਾ ਅਰਥ ਹੁੰਦਾ ਹੈ ਜਿਹੜੇ ਜੰਗਲ ਦੇ ਵਿੱਚ ਵੇਲਾਂ ਜ਼ਿਆਦੀਆਂ ਹੋਣ, ਚੜੀਆਂ ਹੋਣ ਬੇਲਾਂ ਦਰਖਤਾਂ ਦੇ ਉੱਪਰ, ਉਹਨੂੰ ਕਹਿੰਦੇ ਹਨ ਬੇਲਾ। ਅਤੇ ਜਿਹੜੇ ਜੰਗਲ 'ਚ ਜ਼ਿਆਦਾ ਬੇਲਾਂ ਚੜੀਆਂ ਹੋਣ, ਉਹ ਜੰਗਲ ਜ਼ਿਆਦਾ ਭਿਆਨਕ ਹੁੰਦਾ ਹੈ, ਡਰਾਉਣਾ ਹੁੰਦਾ ਹੈ। ਕੋਈ ਬੇਲਾਂ ਹੀ ਬੇਲਾਂ ਹਨ, ਦਿਖਦਾ ਕੁਝ ਵੀ ਨਹੀਂ, ਪਤਾ ਨਹੀਂ ਕਿੱਥੇ ਜਾਨਵਰ ਛੁਪਿਆ ਹੋਵੇ, ਲੁਕਿਆ ਹੋਵੇ, ਅਤੇ ਨਿਕਲਣਾ ਵੀ ਔਖਾ ਹੈ ਉਸ ਬੇਲੇ ਦੇ ਵਿੱਚੋਂ। ਅਤੇ ਬਹੁਤ ਡਰਾਉਣਾ ਹੁੰਦਾ ਹੈ। ਇਹੋ ਜਿਹੇ ਬੇਲੇ 'ਚ ਕੋਈ ਜਾਂਦਾ ਨਹੀਂ ਹੈ, ਕਿਉਂਕਿ ਡਰ ਲੱਗਦਾ ਮਾਰੇ ਗਏ। ਅਤੇ ਡਰ ਕੀ ਹੈ? ਸੰਸਾਰ ਤੋਂ ਛੁੱਟਣ ਦਾ ਡਰ ਹੈ, ਮਿਟਣ ਦਾ ਡਰ ਹੈ। ਅਤੇ ਜਿਹਦੀ ਜ਼ਿਆਦਾ ਪਕੜ ਹੋਵੇਗੀ ਸੰਸਾਰ ਵਿੱਚ, ਉਹ ਬੇਲੇ ਤੋਂ ਜ਼ਿਆਦਾ ਜਾਣ ਤੋਂ ਡਰੇਗਾ ਨਾ। ਜਿਵੇਂ ਜਿਨ੍ਹਾਂ ਦਾ ਮੋਹ ਪਿਆਰ ਜ਼ਿਆਦਾ ਹੈ ਬੱਚਿਆਂ ਨਾਲ, ਪਰਿਵਾਰ ਨਾਲ, ਤਾਂ ਉਹਨਾਂ ਦਾ ਖਿਆਲ ਆ ਜਾਵੇਗਾ ਵੀ ਮੇਰੇ ਪਰਿਵਾਰ ਨੂੰ ਕੌਣ ਸਾਂਭੂਗਾ, ਬੱਚਿਆਂ ਨੂੰ ਕੌਣ ਸਾਂਭੂਗਾ ਜੇ ਮੈਂ ਮਰ ਗਿਆ ਤਾਂ ਨਹੀਂ ਜਾਵੇਗਾ ਬੇਲੇ 'ਚ। ਅਤੇ ਜਿਹੜਾ ਬੇਲੇ 'ਚ ਪਹੁੰਚ ਗਿਆ, ਜਿਹਨੇ ਡਰ ਨੂੰ ਸਵੀਕਾਰ ਕਰ ਲਿਆ ਵੀ ਠੀਕ ਹੈ ਮਰਨਾ ਤਾਂ ਹੈ ਹੀ ਇੱਕ ਦਿਨ, ਵੀ ਤਿਆਰੀ ਕਰ ਲਈ ਮਰਨ ਦੀ। ਜਿਵੇਂ ਧਰੂਵ ਪਹੁੰਚ ਗਿਆ ਸੀ, ਛੋਟਾ ਬੱਚਾ ਹੀ ਸੀ, ਦੇਖੋ ਕਿੰਨਾ ਸਾਹਸ ਕੀਤਾ, ਪਹੁੰਚ ਗਿਆ ਬੇਲੇ 'ਚ। ਅਤੇ ਜਿਹੜਾ ਪਹੁੰਚ ਜਾਂਦਾ ਹੈ, ਸਵੀਕਾਰ ਕਰ ਲੈਂਦਾ ਹੈ ਡਰ ਨੂੰ, ਪੈ ਠੀਕ ਹੈ ਮੌਤ ਆਉਣੀ, ਤੋ ਫਿਰ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸੰਸਾਰ ਵੱਲੋਂ ਜਿੰਨਾ ਜਿੰਨਾ ਧਿਆਨ ਹਟਦਾ ਹੈ, ਓਨਾ ਓਨਾ ਹੀ ਬੰਦਾ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ ਬੇਲੇ ਦੇ ਵਿੱਚ ਬੈਠ ਕੇ। ਜਿੰਨਾ ਮੋਹ ਪਿਆਰ ਘਟਦਾ ਹੈ, ਧਿਆਨ ਘਟਦਾ ਹੈ। ਅਕਸਰ ਮੈਨੂੰ ਐਸਾ ਕਹਿੰਦੇ ਵੀ ਹਨ, ਜਿਨ੍ਹਾਂ ਦਾ ਧਿਆਨ ਹਟ ਰਿਹਾ ਹੈ ਬਾਹਰੋਂ ਸੰਸਾਰ ਵੱਲੋਂ, ਵੀ ਅੱਗੇ ਨਾਲੋਂ ਅਸੀਂ ਬੜੇ ਸ਼ਾਂਤ ਹੋ ਰਹੇ ਹਾਂ, ਕਰਦੇ ਕੁਝ ਵੀ ਨਹੀਂ ਹਾਂ। ਵੀ ਤੁਸੀਂ ਵੀ ਨਹੀਂ ਦੱਸਦੇ ਹੋ ਕੁਛ ਕਰਨ ਨੂੰ, ਅਤੇ ਅਸੀਂ ਵੀ ਕੁਝ ਨਹੀਂ ਕਰਦੇ ਹਾਂ, ਪਰ ਹੌਲੀ ਹੌਲੀ ਹਟ ਰਿਹਾ ਹੈ। ਅਤੇ ਮੈਂ ਕਹਿੰਦਾ ਹਾਂ ਤੁਸੀਂ ਹਟਾਈ ਜਾਓ, ਬਸ ਹੋਰ ਕੁਛ ਨਹੀਂ ਕਰਨਾ ਹੈ। ਮੈਂ ਉਲਟਾ ਮਾਰਗ ਦੱਸ ਰਿਹਾ ਪੁਰਾਣੇ ਸਮੇਂ ਨਾਲ। ਫਿਰ ਖਿਆਲ ਵਿੱਚ ਰੱਖਿਓ ਵੀ ਪੁਰਾਣੇ ਸਮੇਂ ਦੇ ਵਿੱਚ ਬੰਦਾ ਇੰਨਾ ਉਲਝਿਆ ਹੋਇਆ ਨਹੀਂ ਸੀ ਮਾਨਸਿਕ ਤਲ 'ਤੇ, ਇਸ ਕਰਕੇ ਕਿਸੇ ਸ਼ਬਦ ਦੇ ਵਿੱਚ ਧਿਆਨ ਜੁੜ ਜਾਂਦਾ ਹੈ, ਅਤੇ ਸ਼ਬਦ ਦੁਬਾਰਾ ਵੀ ਉਸ ਧਿਆਨ ਨੂੰ ਜੋੜ ਕੇ ਅਤੇ ਮਿਟ ਜਾਂਦਾ ਸੀ। ਅਜੋਕੇ ਸਮੇਂ 'ਚ ਜੁੜਦਾ ਹੀ ਨਹੀਂ ਹੈ ਸ਼ਬਦ ਦੇ ਨਾਲ, ਮਿਟਣਾ ਤਾਂ ਕਿਧਰੇ ਰਹਿ ਗਿਆ। ਫਿਰ ਜਿਹੜਾ ਸ਼ਬਦ ਪੁਰਾਣਾ ਹੈ ਉਹਦੇ ਦੁਆਰਾ ਨਹੀਂ ਮਿਟਦਾ ਹੈ, ਜਿਹੜਾ ਤਾਜ਼ਾ ਸ਼ਬਦ ਹੈ ਨਾ ਉਹਦੇ ਦੁਆਰਾ ਛੇਤੀ ਮਿਟਦਾ ਹੈ, ਜਿਹੜਾ ਨਵਾਂ ਨਵਾਂ ਪੈਦਾ ਹੋ ਰਿਹਾ ਹੈ, ਕਿਉਂਕਿ ਉਹਦੇ ਦੁਆਰਾ ਚੋਟ ਵੀ ਜ਼ਿਆਦਾ ਹੀ ਲੱਗਦੀ ਹੈ, ਉਹ ਪ੍ਰਜਲਵਿਤ ਹੁੰਦਾ ਹੈ ਨਾ, ਤਾਂ ਉਹਦੇ ਨਾਲ ਜ਼ਿਆਦਾ ਮਿਟਦਾ ਹੈ, ਪੁਰਾਣੇ ਉਪਦੇਸ਼ਾਂ ਨਾਲ ਘੱਟ ਮਿਟਦਾ ਹੈ।
ਤੇ ਪੁਰਾਣੇ ਸਮਿਆਂ ਦੇ ਵਿੱਚ ਸਹਿਜੇ ਹੀ ਮਨ ਟਿਕ ਜਾਂਦਾ ਸੀ, ਬਹੁਤਾ ਉਲਝਿਆ ਹੋਇਆ ਨਹੀਂ ਸੀ, ਕਿਸੇ ਕਿਸੇ ਦਾ ਉਲਝਿਆ ਸੀ। ਜਿਵੇਂ ਕਿਹਾ ਹੈ ਨਾ ਵੀ ਰਾਵਣ ਦੇ 10 ਸਿਰ ਸਨ। ਉਸ ਸਮੇਂ ਇਹ ਕਹਿ ਸਕਦੇ ਹੋ ਵੀ ਰਾਵਣ ਵਰਗਾ ਕੋਈ ਮਨੁੱਖ ਸੀ ਜਿਹਦੇ ਸਿਰ ਦੇ ਅੰਦਰ 10 ਸਿਰਾਂ ਦੇ ਕੰਮ ਕਰਨ ਦੀ ਸ਼ਮਤਾ ਸੀ। ਅਜੋਕੇ ਸਮੇਂ 'ਚ ਸਾਧਾਰਨ ਆਦਮੀ ਦੇ ਅੰਦਰ 10 ਸਿਰਾਂ ਦੀ, ਪੁਰਾਣੇ ਸਮੇਂ ਦੇ ਹਿਸਾਬ ਨਾਲ ਖਿਆਲ ਵਿੱਚ ਰੱਖਿਓ, 10 ਸਿਰਾਂ ਦੀ ਸ਼ਮਤਾ ਹੈ ਕੰਮ ਕਰਨ ਦੀ, ਵਿਚਾਰ ਕਰਨ ਦੀ, ਸੋਚਣ ਦੀ, ਸਿਮਰਤੀ ਹੈ। ਪੁਰਾਣੇ ਸਮਿਆਂ 'ਚ ਇੰਨੀ ਸਿਮਰਤੀ ਥੋੜ੍ਹੀ ਹੁੰਦੀ ਸੀ। ਸਭ ਤੋਂ ਜ਼ਿਆਦਾ ਰਾਵਣ ਦੀ ਸਿਮਰਤੀ ਹੀ ਕਹਿੰਦੇ। ਅਤੇ ਅਜੋਕੇ ਸਮੇਂ 'ਚ ਤਾਂ ਸਹਿਜ ਹੀ ਹੈ, ਆਮ ਮਨੁੱਖ ਦੀ ਹੈ ਰਾਵਣ ਜਿੰਨੀ ਸਿਮਰਤੀ। ਅਤੇ ਉਸ ਹਿਸਾਬ ਦੇ ਨਾਲ ਤਾਂ ਕਈ ਮਨੁੱਖਾਂ ਦੇ ਬਹੁਤ ਸਿਰ ਹਨ ਜਿਹੜੇ ਵਿਚਾਰਕ ਹਨ, ਵਿਚਾਰ ਕਰ ਰਹੇ ਹਨ, ਸੋਚ ਰਹੇ ਹਨ। ਦੇਖੋ ਕਿੰਨੇ ਕਿੰਨੇ ਸਿਰਾਂ ਵਾਲੇ ਲੋਕ ਹੋ ਗਏ। ਅਤੇ ਮਾਨਸਿਕ ਤਲ 'ਤੇ ਬਹੁਤ ਵਿਕਾਸ ਹੋ ਗਿਆ ਹੈ, ਵਿਕਸਿਤ ਹੋ ਗਿਆ ਹੈ ਮਨ ਕਹਿ ਲਈਏ, ਪੁਰਾਣੇ ਸਮੇਂ ਨਾਲੋਂ ਬਹੁਤ ਜ਼ਿਆਦਾ। ਅਤੇ ਮਨ ਬਹੁਤ ਕੁਛ ਕਰ ਸਕਦਾ ਹੈ। ਅਤੇ ਬਹੁਤ ਲੋਕ ਐਸਾ ਹੀ ਕਰ ਰਹੇ ਹਨ, ਧਰਮ ਵੀ ਕਮਾ ਰਹੇ ਹਨ, ਸੰਸਾਰ ਵੀ ਕਮਾ ਰਹੇ ਹਨ, ਤੋ ਕਿਸੇ ਜੋਗੇ ਨਹੀਂ ਹਨ, ਕਿਉਂਕਿ ਦੋਵੇਂ ਇਕੱਠੇ ਨਹੀਂ, ਸੱਚ ਅਤੇ ਝੂਠ ਵਾਲੇ ਪਾਸੇ ਦੋਵੇਂ ਇਕੱਠੇ ਨਹੀਂ ਜਾ ਸਕਦੇ ਤੁਸੀਂ। ਇਹ ਬੜੀ ਵਿਪਰੀਤ ਦਿਸ਼ਾ ਹੈ, ਖਿਆਲ ਵਿੱਚ ਰੱਖੋ। ਕਿੱਧਰੇ ਬਿਲਕੁਲ ਝੂਠ ਹੈ, ਕਿੱਧਰੇ ਸੱਚ ਹੈ, ਕਿਵੇਂ ਚਲੇ ਜਾਓ? ਸੁਪਨਾ ਟੁੱਟੂਗਾ ਤਾਂ ਹੀ ਹੈ ਨਾ। ਸੁਪਨੇ ਦੇ ਵਿੱਚ ਵੀ ਅਗਰ ਤੁਸੀਂ ਗਏ ਜਾਗਣ ਵਾਲੇ ਪਾਸੇ ਨੂੰ, ਤਾਂ ਵੀ ਸੁਪਨੇ 'ਚ ਹੀ ਜਾਓਗੇ ਨਾ। ਕਈ ਸੁਪਨੇ ਦੇ ਵਿੱਚ ਜਾਗਣ ਦਾ ਵੀ ਸੁਪਨਾ ਦੇਖ ਲੈਂਦੇ ਆ ਵੀ ਜਾਗ ਪਿਆ, ਮੈਂ ਉੱਠ ਪਿਆ, ਕੰਮ 'ਤੇ ਚਲੇ ਗਿਆ। ਹੁਣ ਦੇਖਦੇ ਤੁਸੀਂ ਸੁਪਨੇ 'ਚ ਹੀ ਰਹੇ ਹੋ। ਅਤੇ ਸੁਪਨੇ 'ਚ ਜਾਗਣ ਦਾ ਸੁਪਨਾ ਵੀ ਕਈ ਲੈ ਲੈਂਦੇ। ਅਤੇ ਕਈ ਇੱਦਾਂ ਜਿਵੇਂ ਇਹਨੇ ਦੱਸਿਆ ਹੈ, ਪ੍ਰਕਾਸ਼ ਦੇਖਣ ਦਾ ਸੁਪਨਾ ਲੈ ਲੈਂਦੇ ਆ। ਕਈਆਂ ਦੇ ਗੁਰੂਆਂ ਦੇ ਦਰਸ਼ਨ ਹੁੰਦੇ ਆ, ਕਈ ਵੈਕੁੰਠ 'ਚ ਪਹੁੰਚ ਜਾਂਦੇ ਆ, ਕਈ ਸਵਰਗ 'ਚ ਪਹੁੰਚ ਜਾਂਦੇ, ਅਤੇ ਇਹਨੂੰ ਸੱਚ ਮੰਨਦੇ ਹਨ। ਪਰ ਇਹ ਵਾਸਤਵਿਕ ਨਹੀਂ ਹੈ, ਪਰ ਇਹਦੇ ਤੋਂ ਸੇਧ ਲਈ ਜਾ ਸਕਦੀ ਹੈ। ਅਤੇ ਸੇਧ ਇਹੋ ਹੀ ਹੈ ਵੀ ਜਿਹੜਾ ਪ੍ਰਕਾਸ਼ ਨੂੰ ਦੇਖਣ ਵਾਲਾ ਹੈ ਨਾ, ਜਾਂ ਧੁਨ ਨੂੰ ਸੁਣਨ ਵਾਲਾ ਹੈ, ਉਹ ਓਨਾ ਚਿਰ ਨਹੀਂ ਮਿਟ ਸਕਦਾ ਹੈ ਜਿੰਨਾ ਚਿਰ ਉਹ ਬਾਹਰੋਂ ਨਾ ਮਿਟਿਆ ਹੋਵੇ। ਇਹ ਗੱਲ ਖਿਆਲ ਵਿੱਚ ਰੱਖੋ। ਜਿੰਨਾ ਚਿਰ ਤੁਸੀਂ ਸੰਸਾਰ ਵੱਲੋਂ ਨਹੀਂ ਮਿਟੇ ਹੋ, ਓਨਾ ਚਿਰ ਤੁਸੀਂ ਆਪਣੇ ਆਪ ਵੱਲੋਂ ਵੀ ਕਿਵੇਂ ਮਿਟੋਗੇ? ਬਾਹਰੋਂ ਤੇ ਜੇ ਸੁਰਤ ਹਟੇ ਨਹੀਂ, ਧਿਆਨ ਹਟਿਆ ਨਹੀਂ, ਸੰਸਾਰ ਵਿੱਚ ਤੇ ਜੁੜਿਆ ਹੋਇਆ ਹੈ, ਉਹਦੇ ਨਾਲ ਹੀ ਮੈਂ ਬਣੀ ਹੈ ਨਾ। ਸੰਸਾਰ ਵਿੱਚੋਂ ਹੀ ਮੈਂ ਬਣਦੀ ਹੈ ਨਾ, ਹਉ ਬਣਦੀ। ਅਤੇ ਜਿੰਨੀ ਸੰਸਾਰ ਦੇ ਵਿੱਚ ਜ਼ਿਆਦਾ ਸੁਰਤ ਹੋਵੇਗੀ, ਧਿਆਨ ਹੋਵੇਗਾ, ਜਿਵੇਂ ਪ੍ਰੋਪਰਟੀ ਜ਼ਿਆਦਾ ਹੈ ਤਾਂ ਜ਼ਿਆਦਾ ਸੁਰਤ ਫੈਲੀ ਹੋਈ, ਅਮੀਰ ਜ਼ਿਆਦਾ ਹੈ ਤਾਂ ਜ਼ਿਆਦਾ ਸੁਰਤ ਫੈਲੀ ਹੋਈ, ਰਾਜਨੀਤਿਕ ਜ਼ਿਆਦਾ ਹੈ ਤਾਂ ਜ਼ਿਆਦਾ ਸੁਰਤ ਫੈਲੀ ਹੋਈ, ਤਾਂ ਉਹ ਮਿਟਣ ਨੂੰ ਥੋੜ੍ਹੀ ਤਿਆਰ ਹੋ ਜਾਵੇਗੀ। ਅਤੇ ਜਿੰਨੀ ਜ਼ਿਆਦਾ ਸੁਰਤ ਸੰਸਾਰ ਵਿੱਚ ਫੈਲੀ, ਓਨਾ ਹੀ ਮਰਨ ਨੂੰ ਵੀ ਡਰਦਾ ਹੈ ਆਦਮੀ, ਜਿੰਨੀ ਲੱਗੀ ਹੋਈ। ਅਤੇ ਸੁਰਤ ਨੂੰ ਹਟਾਉਣਾ ਹੈ। ਇਸੇ ਕਰਕੇ ਕਿਹਾ ਹੈ ਨਾ ਵੀ ਮਰਨਾ ਕਬੂਲ ਕਰਨਾ ਹੈ। ਅਤੇ ਮੈਂ ਵੀ ਇਹੋ ਕਹਿਣਾ ਕੋਲ ਰਹਿਣ ਵਾਲਿਆਂ ਨੂੰ ਵੀ ਜੀਵਨ ਦੀ ਇੱਛਾ ਨਾ ਕਰੋ। ਅਗਰ ਕੋਈ ਤੁਸੀਂ ਚਾਹਤ ਕਰੋਗੇ, ਜੀਣ ਬਾਰੇ ਸੋਚੋਗੇ, ਖਿਆਲ ਕਰੋਗੇ, ਫਿਰ ਤੁਹਾਡਾ ਮਨ ਚੱਲਦਾ ਰਹੇ। ਸੋਚਣਾ ਨਹੀਂ ਹੈ। ਹੁਣ ਜੀਵਨ ਨੂੰ ਲੇਖੇ ਦੇ ਵਿੱਚ ਲਾ ਦੇਣਾ ਹੈ। ਇਹ ਜਨਮ ਤੁਮਾਰੇ ਲੇਖੇ। ਫਿਰ ਇਹ ਕਾਹਲੀ ਦਾ ਕੰਮ ਨਹੀਂ ਹੈ। ਜਿਹੜੇ ਕਾਹਲੀ ਕਰਦੇ ਹਨ ਵੀ ਫਟਾਫਟ ਹੀ ਬਾਹਰੋਂ ਸੁਰਤ ਹਟ ਜਾਵੇ ਅਤੇ ਪਹੁੰਚ ਜਾਈਏ ਧਿਆਨ ਦੇ ਵਿੱਚ, ਫਿਰ ਨਹੀਂ, ਐਸਾ ਨਹੀਂ ਹੋਵੇਗਾ। ਸੁਰਤ ਲੱਗੀ ਹੌਲੀ ਹੌਲੀ ਹੈ ਸੰਸਾਰ ਦੇ ਵਿੱਚ। ਲਿਵ ਹੌਲੀ ਹੌਲੀ ਲੱਗੀ ਹੈ ਨਾ, ਬੱਚੇ ਤੋਂ ਸ਼ੁਰੂ ਹੋਈ ਹੈ, ਕਿੰਨੇ ਸਾਲਾਂ ਤੱਕ ਲੱਗਦੀ ਰਹਿੰਦੀ ਹੈ ਹੌਲੀ ਹੌਲੀ ਬੱਚੇ ਦੀ ਲਿਵ ਸੰਸਾਰ ਵਿੱਚ ਸੁਰਤ।
ਤੇ ਹੌਲੀ ਹੌਲੀ ਹਟੇਗੀ। ਤੇ ਬਹੁਤ ਧੀਰਜ ਦੀ ਲੋੜ ਹੈ, ਬਹੁਤ ਸਹਿਜਤਾ ਦੀ ਲੋੜ ਹੈ। ਤੇ ਜਿਹਦੇ ਕੋਲ ਜਿੰਨੀ ਧੀਰਜ ਜ਼ਿਆਦਾ ਹੋਵੇਗੀ ਵੀ ਠੀਕ ਹੈ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਕੀ ਹੋਰ ਹਜ਼ਾਰਾਂ ਜਨਮ ਵੀ ਸਾਰੇ ਹੀ ਜਨਮ ਤੇਰੇ ਲੇਖੇ ਦੇ ਵਿੱਚ ਹਨ। ਹੁਣ ਅਸੀਂ ਤਿਆਰ ਹਾਂ ਮਿਟਣ ਵਾਸਤੇ। ਮਿਟਣ ਵਾਸਤੇ ਭਾਵ ਕਿ ਜੀਵਨ ਬਾਰੇ ਜਿਹੜਾ ਸੋਚਦਾ ਨਹੀਂ ਹੈ। ਪਹਿਲਾਂ ਤਾਂ ਸੰਸਾਰ ਦੀ ਵਿਚਾਰਧਾਰਾ ਤੋਂ ਹਟੇਗਾ ਜਿਹੜੀ ਬਾਹਰ ਜੁੜੀ ਹੋਈ, ਫਿਰ ਜੀਵਨ ਦੀ ਜਿਹੜੀ ਸੋਚ ਚੱਲ ਰਹੀ ਹੈ ਉਹਦੇ ਵੱਲੋਂ ਹਟੇਗਾ ਵੀ ਜਿਹਨੇ ਜੀਵਨ ਦਿੱਤਾ ਹੈ, ਜਿਹੜਾ ਦੇ ਰਿਹਾ ਹੈ, ਖਾਣ ਨੂੰ ਦੇ ਰਿਹਾ ਹੈ, ਰਹਿਣ ਨੂੰ ਦੇ ਰਿਹਾ ਹੈ, ਸਭ ਕੁਛ ਦੇ ਰਿਹਾ ਹੈ, ਉਹ ਸੰਭਾਲੇਗਾ। ਉਹਦੇ 'ਤੇ ਜੋ ਸ਼ਰਧਾ ਆ ਜਾਂਦੀ, ਭਾਵਨਾ ਆ ਜਾਂਦੀ, ਭਾਵਨਾ ਆ ਜਾਂਦੀ, ਭਾਵਨਾ ਆ ਜਾਂਦੀ।